ਸਤਨਾਮ ਵਾਹਿਗੁਰੂ ਸਾਹਿਬ ਜੀਓ। ਗੂਜਰੀ ਅਸ਼ਟਪਦੀਆਂ ਮਹੱਲਾ ਪਹਿਲਾ। ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਏਕ ਨਗਰੀ ਪੰਚ ਚੋਰ ਬਸੀਅਲੇ, ਬਰਜਤ ਚੋਰੀ ਧਾਵੈ। ਏਕ ਨਗਰੀ ਪੰਚ ਚੋਰ ਬਸੀਅਲੇ, ਬਰਜਤ ਚੋਰੀ ਧਾਵੈ। ਤ੍ਰਿਹ ਦਸ ਮਾਲ ਰਖੈ ਜੋ ਨਾਨਕ, ਮੋਖ ਮੁਕਤ ਸੋ ਪਾਵੈ। ਚੇਤਹੁ ਬਾਸ ਦਿਓ ਬਨਵਾਲੀ, ਰਾਮ ਹਿਰਦੈ ਜਪ ਮਾਲੀ। ਰਹਾਉ ਉਰਦ ਮੂਲ ਜਿਸ ਸਾਖਤ ਲਾਹਾ, ਚਾਰ ਬੇਦ ਜਿਤ ਲਾਗੇ। ਸਹਿਜ ਭਾਏ ਜਾਏ ਤੇ ਨਾਨਕ, ਪਾਰ ਬ੍ਰਹਮ ਲਿਵ ਜਾਗੇ। ਉਰਦ ਮੂਲ ਜਿਸ ਸਾਖਤ ਲਾਹਾ, ਚਾਰ ਬੇਦ ਜਿਤ ਲਾਗੇ। ਸਹਿਜ ਭਾਏ ਜਾਏ ਤੇ ਨਾਨਕ, ਪਾਰ ਬ੍ਰਹਮ ਲਿਵ ਜਾਗੇ। ਗੂਜਰੀ ਅਸ਼ਟਪਦੀਆਂ ਮਹੱਲਾ ਪਹਿਲਾ। ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਏਕ ਨਗਰੀ ਪੰਚ ਚੋਰ ਬਸੀਅਲੇ, ਬਰਜਤ ਚੋਰੀ ਧਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਪਾਵਨ ਗੁਰੂ ਨਾਨਕ ਸਰੂਪ ਧਾਰਨ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੂਜਰੀ ਰਾਗ ਦੇ ਅੰਦਰ ਪਾਵਨ ਪਵਿੱਤਰ ਅਸ਼ਟਪਦੀਆਂ ਬਾਣੀ ਉਚਾਰਨ ਕਰ ਰਹੇ ਹਨ ਔਰ ਇਸ ਪਵਿੱਤਰ ਬਾਣੀ ਨੂੰ ਕਰ ਪਹਿਲਾ ਪਹਿਲੇ ਕਾਰ ਸੁਰ ਤਾਲ ਦੇ ਵਿੱਚ ਗਾਵਿਆ ਹੈ। ਕਿਉਂ? ਗੁਰਬਾਣੀ ਦਾ ਸੰਬੰਧ ਰਾਗ ਤੇ ਕਾਵ ਦੇ ਨਾਲ ਹੈ। ਰਾਗ ਤੇ ਕਾਵ ਦੋਵੇਂ ਹੀ ਕੋਮਲ ਕਲਾ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਵੀ ਰੱਬੀ ਸੰਦੇਸ਼ ਆਇਆ, ਉਸ ਨੂੰ ਰਾਗ ਤੇ ਕਾਵ ਦਾ ਜਾਮਾ ਪਹਿਨਾ ਕੇ ਸੰਸਾਰ ਨੂੰ ਵੰਡਿਆ, ਸੰਸਾਰ ਨੂੰ ਬਖਸ਼ਿਸ਼ ਕੀਤਾ। ਜਿਸ ਪਵਿੱਤਰ ਬਾਣੀ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ, ਅਸ਼ਟਪਦੀਆ 8 ਪੌੜੀਆਂ ਵਾਲੀ ਰਚਨਾ ਨੂੰ ਆਖਿਆ ਜਾਂਦਾ ਹੈ। ਕਾਵ ਰਚਨਾ ਦੇ ਅੰਦਰ ਅਸ਼ਟਪਦੀ ਜਾਂ ਅਨੁਸ਼ਟੁਪ ਛੰਦ ਇਹ ਇੱਕ ਨਜ਼ਮ ਦਾ, ਕਿਸੇ ਕਵਿਤਾ ਦਾ ਵੀ ਨਾਮ ਹੈ। ਇਸ ਲਈ ਗੂਜਰੀ ਰਾਗ ਹੋ ਗਿਆ।
ਅਸ਼ਟਪਦੀਆਂ ਛੰਦ ਹੋ ਗਿਆ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਉਪਦੇਸ਼ ਦੇ ਰਹੇ ਹਨ ਤੇ ਘਰ ਪਹਿਲਾ ਪਹਿਲੇ ਕਾਰ ਸੁਰਤਾਲ ਦੇ ਵਿੱਚ ਇਸ ਨੂੰ ਉਚਾਰਨ ਕੀਤਾ ਗਿਆ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਰੰਭ ਦੇ ਵਿੱਚ ਸਤਿਗੁਰੂ ਮੰਗਲਾਚਰਨ ਲਿਖਦੇ ਹਨ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ, ਗੁਰ ਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਇਸ ਪਵਿੱਤਰ ਸ਼ਬਦ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਦੁਨੀਆ ਦੇ ਲੋਕਾਂ ਨੂੰ ਸਰਬ ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਚੇਤੋ ਬਾਸ ਦਿਓ ਬਨਵਾਲੀ, ਰਾਮ ਹਿਰਦੈ ਜਪ ਮਾਲੀ। ਰਹਾਉ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਇਹ ਦੱਸੋ, ਗੁਰਸਿੱਖ ਨੂੰ ਕਿਸ ਤਰ੍ਹਾਂ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ। ਬਹੁਤ ਸਾਰੇ ਇਹੋ ਜਿਹੇ ਸਾਧੂ ਮਹਾਤਮਾ ਲੋਕ ਵੀ ਹਨ ਜਿਹੜੇ ਮਾਲਾ ਦੇ ਨਾਲ ਹੀ ਸਿਮਰਨ ਕਰਦੇ ਹਨ। ਕਈ ਤਾਂ ਮਾਲਾ ਦਾ ਪ੍ਰਸ਼ਾਦ ਵੀ ਲੋਕਾਂ ਨੂੰ ਵੰਡਦੇ ਹਨ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਇਹਦੇ ਬਾਰੇ ਕੀ ਆਖ ਰਹੇ ਹਨ, ਇਹ ਗੱਲ ਹਰ ਗੁਰਸਿੱਖ ਮਾਈ ਭਾਈ ਨੂੰ ਵਿਚਾਰਨੀ ਚਾਹੀਦੀ ਹੈ। ਹਾਜ਼ੂਰ ਫਰਮਾਉਂਦੇ ਨੇ, ਚੇਤੋ ਬਾਸ ਦਿਓ ਬਨਵਾਲੀ। ਵਾਸਦੇਵ ਪਰਮੇਸ਼ਰ ਦਾ ਨਾਮ ਹੈ ਜੋ ਸਭ ਨੂੰ ਵਾਸਾ ਦੇਣ ਵਾਲਾ ਹੈ। ਬਨਵਾਲੀ ਕਹਿੰਦੇ ਨੇ ਮਾਲੀ ਨੂੰ। ਉਹ ਅਕਾਲ ਪੁਰਖ ਵਾਹਿਗੁਰੂ ਸੰਸਾਰ ਬਾਗ ਦਾ ਮਾਲੀ ਵੀ ਹੈ। ਜਿਵੇਂ ਬਾਗਵਾਨ ਮਾਲੀ ਨੂੰ ਆਖਿਆ ਜਾਂਦਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਜਿੱਥੇ ਸਭ ਨੂੰ ਵਾਸਾ ਦੇਣ ਵਾਲਾ ਹੈ, ਉਥੇ ਸੰਸਾਰ ਬਾਗ ਦਾ ਮਾਲੀ ਵੀ ਹੈ। ਹਾਜ਼ੂਰ ਕਹਿੰਦੇ ਨੇ, ਚੇਤੋ, ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰੋ। ਕਿਵੇਂ ਚੇਤੇ ਕਰੀਏ? ਰਾਮ ਹਿਰਦੈ ਜਪ ਮਾਲੀ। ਹਾਜ਼ੂਰ ਕਹਿੰਦੇ ਆਪਣੇ ਹਿਰਦੇ ਵਿੱਚ ਵਾਹਿਗੁਰੂ ਦਾ ਸਿਮਰਨ ਕਰੋ। ਜੋ ਹਿਰਦੇ ਵਿੱਚ ਵਾਹਿਗੁਰੂ ਦਾ ਸਿਮਰਨ ਕਰਨਾ ਹੈ, ਜਪ ਮਾਲੀ, ਇਹਨੂੰ ਹੀ ਜਾਪ ਕਰਨ ਵਾਲੀ ਮਾਲਾ ਬਣਾਓ। ਭਾਵ ਦਿਖਾਵੇ ਦੇ ਲਈ ਮਾਲਾ ਫੇਰਨੀ। ਬਹੁਤੇ ਤਾਂ ਇਹੋ ਜਿਹੇ ਵੀ ਲੋਕ ਹਨ ਜਿਹੜੇ ਸਿਮਰਨ ਘੱਟ ਕਰਦੇ ਹਨ, ਦਿਖਾਵਾ ਬਹੁਤਾ ਕਰਦੇ ਨੇ। ਹੱਥ ਵਿੱਚ ਵੀ ਮਾਲਾ, ਗਲ ਵਿੱਚ ਵੀ ਮਾਲਾ, ਸਿਰ ਉੱਤੇ ਵੀ ਮਾਲਾ ਪਾਈ ਫਿਰਦੇ ਨੇ। ਪਰ ਹਾਜ਼ੂਰ ਕਹਿੰਦੇ ਅਸਲੀ ਮਾਲਾ ਤੇ ਉਹ ਹੈ ਰਾਮ ਹਿਰਦੈ। ਉਸ ਅਕਾਲ ਪੁਰਖ ਵਾਹਿਗੁਰੂ ਦਾ ਹਿਰਦੇ ਵਿੱਚ ਸਿਮਰਨ ਕਰੋ। ਸਵਾਸ ਇੱਕ ਸੂਤ ਹਨ, ਵਾਹਿਗੁਰੂ ਦਾ ਨਾਮ ਇਸ ਮਾਲਾ ਦੇ ਮਣਕੇ ਹਨ। ਤੁਸੀਂ ਸਵਾਸਾਂ ਦੇ ਸੂਤ ਵਿੱਚ ਵਾਹਿਗੁਰੂ ਦੇ ਨਾਮ ਦੇ ਮੋਤੀਆਂ ਨੂੰ ਪਰੋ ਕੇ ਹਰ ਵੇਲੇ ਹਿਰਦੇ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ, ਇਹ ਇੱਕ ਮਾਲਾ ਹੈ ਜੋ ਹਰ ਗੁਰਸਿੱਖ ਮਾਈ ਭਾਈ ਨੂੰ ਫੇਰਨੀ ਚਾਹੀਦੀ ਹੈ। ਦੂਸਰੀ ਜਿਹੜੀ ਮਾਲਾ ਹੈ, ਬਹੁਤੇ ਲੋਕ ਪੁੱਛਦੇ ਨੇ ਬਈ ਮਾਲਾ ਫੇਰਨ ਦਾ ਵੀ ਕੋਈ ਮਹਾਤਮ ਹੈ। ਮਾਲਾ ਤੇ ਸਿਰਫ ਗਿਣਤੀ ਦਾ ਸੂਚਕ ਹੈ ਬਈ ਇਹ ਮਾਲਾ 27 ਜਾਂ 28 ਮਣਕਿਆਂ ਦੀ ਛੋਟੀ ਮਾਲਾ ਹੈ, ਦੂਸਰੀ 108 ਮਣਕੇ ਦੀ ਮਾਲਾ ਹੈ। ਕਈ ਹੋਰ ਵੀ ਵੱਧ ਘੱਟ ਮਣਕਿਆਂ ਦੀ ਗਿਣਤੀ ਵਾਲੀ ਮਾਲਾ ਬਣਾ ਲੈਂਦੇ ਨੇ, ਪਰ ਉਹਦਾ ਮਤਲਬ ਤੇ ਇੰਨਾ ਹੀ ਹੁੰਦਾ ਹੈ ਵੀ ਉਹ ਗਿਣਤੀ ਦਾ ਪਤਾ ਲੱਗਦਾ ਰਹਿੰਦਾ ਵੀ ਅਸੀਂ ਇੰਨਾ ਸਿਮਰਨ ਕਰ ਲਿਆ। ਹੋਰ ਕੋਈ ਮਾਲਾ ਫੇਰਨ ਦਾ ਮਹਾਤਮ ਨਹੀਂ।
ਮਹਾਤਮ ਤੇ ਸਿਮਰਨ ਦਾ ਹੈ। ਕਿਸੇ ਕਵੀ ਨੇ ਲਿਖਿਆ ਹੈ, ਮਾਲਾ ਫਿਰਤੀ ਹਾਥ ਮੇਂ ਜੀ ਫਿਰੈ ਮੁਖ ਮਾਹੇ, ਠੌਰ ਠੌਰ ਮਨੁਆ ਫਿਰੈ ਜਹੈ ਭਜਨ ਕਛ ਨਾਹੇ। ਹੱਥ ਵਿੱਚ ਮਾਲਾ ਫਿਰ ਰਹੀ ਹੈ, ਜ਼ੁਬਾਨ ਮੂੰਹ ਦੇ ਵਿੱਚ ਹਰਕਤ ਕਰ ਰਹੀ ਹੈ ਤੇ ਮਨ ਆਪਣੀ ਮਰਜ਼ੀ ਨਾਲ ਕਿਸੇ ਪਾਸੇ ਭੱਜਿਆ ਫਿਰਦਾ ਹੈ। ਇਹਦਾ ਨਾਮ ਤੇ ਭਜਨ ਨਹੀਂ ਹੈ। ਹਜ਼ੂਰ ਕਹਿੰਦੇ ਜਦੋਂ ਹਿਰਦੇ ਵਿੱਚ ਸਿਮਰਨ ਵਸ ਜਾਵੇ ਤੇ ਫੇਰ ਹੀ ਤੁਹਾਡੀ ਮਾਲਾ ਫੇਰੀ ਸਫਲ ਹੋ ਸਕਦੀ ਹੈ। ਠੀਕ ਹੈ, ਸ਼ੁਰੂ ਦੇ ਵਿੱਚ ਜਿਵੇਂ ਕੋਈ ਬੱਚਾ ਛੋਟਾ ਹੋਵੇ, ਉਹਨੂੰ ਤੁਰਨਾ ਸਿਖਾਉਣ ਦੇ ਲਈ ਗਡੀਰੇ ਦੀ ਲੋੜ ਪੈਂਦੀ ਹੈ, ਕੋਈ ਨਾ ਕੋਈ ਸਹਾਰੇ ਦੀ ਲੋੜ ਜ਼ਰੂਰ ਪੈਂਦੀ ਹੈ। ਪਰ ਜਦੋਂ ਬੱਚਾ ਗਡੀਰੇ ਦੇ ਨਾਲ ਤੁਰਦਾ ਹੈ ਤੇ ਉਹਦੇ ਪੈਰਾਂ ਦੇ ਵਿੱਚ, ਲੱਤਾਂ ਦੇ ਵਿੱਚ ਬਲ ਭਰਦਾ ਹੈ। ਫਿਰ ਜਦੋਂ ਲੱਤਾਂ ਵਿੱਚ ਤਾਕਤ ਭਰ ਜਾਂਦੀ, ਬੱਚਾ ਫਿਰ ਆਪਣੇ ਆਪ ਹੀ ਤੁਰਨ ਲੱਗ ਜਾਂਦਾ। ਮਾਲਾ ਤੇ ਇੱਕ ਸਾਧਨ ਹੈ ਉਸ ਰੱਬ ਦੇ ਪਾਸੇ ਤੁਰਨ ਦਾ, ਤੇ ਜਦੋਂ ਆਪਣੇ ਆਪ ਹੀ ਧਿਆਨ ਤੁਹਾਡਾ ਵਾਹਿਗੁਰੂ ਦੇ ਨਾਮ ਦੇ ਵਿੱਚ ਜੁੜਨ ਲੱਗ ਜਾਵੇ, ਫਿਰ ਮਾਲਾ ਦੀ ਕੋਈ ਲੋੜ ਵੀ ਨਹੀਂ ਰਹਿੰਦੀ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਰਾਮ ਹਿਰਦੈ ਜਪ ਮਾਲੀ। ਗੁਰਮੁਖੋ, ਹਿਰਦੇ ਵਿੱਚ ਵਾਹਿਗੁਰੂ ਦਾ ਸਿਮਰਨ ਕਰੋ, ਇਹੀ ਤੁਸੀਂ ਜਪ ਮਾਲੀ, ਜਾਪ ਕਰਨ ਵਾਲੀ ਮਾਲਾ ਬਣਾਓ। ਲਓ ਹੁਣ ਆਰੰਭ ਤੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸੰਗਤਾਂ ਪ੍ਰੇਮ ਤੇ ਇਕਾਗਰਤਾ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਏਕ ਨਗਰੀ ਪੰਚ ਚੋਰ ਬਸੀਅਲੇ, ਬਰਜਤ ਚੋਰੀ ਧਾਵੈ। ਹਲੋ ਹਜ਼ੂਰ ਬੜੀ ਅਲੰਕਾਰਕ ਸ਼ਬਦਾਵਲੀ ਦੁਆਰਾ ਉਪਦੇਸ਼ ਦੇ ਰਹੇ ਹਨ ਵੀ ਇੱਕ ਨਗਰੀ ਇੱਕ ਸ਼ਹਿਰ ਹੈ, ਇੱਕ ਪਿੰਡ ਹੈ, ਇੱਕ ਕਸਬਾ ਹੈ। ਛੋਟੇ ਨੂੰ ਪਿੰਡ ਕਹਿ ਦਿੰਦੇ ਨੇ ਤੇ ਵੱਡੇ ਨੂੰ ਨਗਰ ਕਹਿ ਦਿੰਦੇ ਨੇ। ਇੱਕ ਨਗਰੀ ਹੈ, ਭਾਵ ਸਰੀਰ ਇੱਕ ਨਗਰੀ ਹੈ। ਇਹਦੇ ਵਿੱਚ ਪੰਜ ਚੋਰ ਵਸ ਰਹੇ ਨੇ। ਅਵਰ ਏਕ ਹਮ ਪੰਚ ਜਨਾ, ਕਿਉਂ ਰਾਖੂ ਘਰ ਬਾਰ ਮਨਾ, ਮਾਰਹਿ ਲੂਟਹਿ ਨੀਤ ਨੀਤ, ਕਿਸ ਆਗਿਆ ਕਰੀ ਪੁਕਾਰ ਜਨਾ। ਅਵਰ ਪੰਚ ਹਮ ਏਕ ਜਨਾ। ਹਜ਼ੂਰ ਕਹਿੰਦੇ ਨੇ ਸਰੀਰ ਇੱਕ ਨਗਰੀ ਹੈ, ਇਹਦੇ ਵਿੱਚ ਪੰਜ ਚੋਰ ਵਸ ਰਹੇ ਨੇ। ਉਹ ਪੰਜ ਚੋਰ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਚੋਰ ਇਹਨਾਂ ਨੂੰ ਇਸ ਲਈ ਆਖਿਆ ਹੈ, ਇਹ ਹਮੇਸ਼ਾ ਸਾਡੇ ਅੰਦਰ ਛੁਪੇ ਰਹਿੰਦੇ ਨੇ। ਚੋਰ ਕਦੇ ਵੀ ਆਪਣੀ ਹੋਂਦ ਨੂੰ ਜ਼ਾਹਰ ਨਹੀਂ ਹੋਣ ਦਿੰਦਾ, ਔਰ ਉਹ ਲੋਕਾਂ ਦੀਆਂ ਅੱਖਾਂ ਤੋਂ ਬਚ ਬਚਾ ਕੇ ਹੱਥ ਦੀ ਸਫਾਈ ਦੇ ਨਾਲ ਚੋਰੀ ਕਰਦਾ ਹੈ ਤਾਂ ਕਿ ਉਹਦਾ ਪਤਾ ਨਾ ਚੱਲ ਸਕੇ। ਇਸੇ ਤਰ੍ਹਾਂ ਇਹ ਜਿਹੜੇ ਕਾਮ, ਕ੍ਰੋਧ ਆਦਿਕ ਵਿਕਾਰ ਨੇ, ਇਹ ਵੀ ਚੋਰਾਂ ਵਾਂਗੂ ਲੋਕੇ ਸਾਡੇ ਅੰਦਰ ਰਹਿੰਦੇ ਨੇ। ਤੇ ਫਿਰ ਜਦੋਂ ਇਹਨਾਂ ਦਾ ਦਾਅ ਲੱਗਦਾ ਹੈ, ਉਸ ਵੇਲੇ ਇਹ ਸਾਡੇ ਅੰਦਰੋਂ ਸ਼ੁਭ ਗੁਣਾਂ ਦੀ ਚੋਰੀ ਕਰਦੇ ਨੇ। ਬਰਜਤ ਚੋਰੀ ਧਾਵੈ। ਸਰੀਰ ਇੱਕ ਨਗਰੀ ਹੈ, ਇਹਦੇ ਵਿੱਚ ਪੰਜ ਚੋਰ ਵਸ ਰਹੇ ਨੇ। ਬਰਜਤ ਚੋਰੀ ਧਾਵੈ। ਬਰਜਤ ਦਾ ਅਰਥ ਰੋਕਦਿਆਂ ਰੋਕਦਿਆਂ ਇਹ ਚੋਰੀ ਕਰਨ ਵੱਲ ਨੂੰ ਦੌੜਦੇ ਨੇ। ਜਦੋਂ ਵੇਖਦੇ ਨੇ ਵੀ ਹੁਣ ਸਾਨੂੰ ਕੋਈ ਨਹੀਂ ਵੇਖਦਾ, ਉਸੇ ਵੇਲੇ ਚੋਰ ਇੱਕ ਮਿੰਟ ਨਹੀਂ ਲਾਉਂਦਾ, ਚੀਜ਼ ਚੁਰਾ ਕੇ ਇੱਧਰ ਉੱਧਰ ਛਪਨ ਹੋ ਜਾਂਦਾ ਹੈ। ਇਸੇ ਤਰ੍ਹਾਂ ਇਹ ਜਿਹੜੇ ਪੰਜ ਚੋਰ ਨੇ, ਕਾਮ, ਕ੍ਰੋਧ ਆਦਿਕ, ਇਹ ਸਾਡੇ ਸਰੀਰ ਦੇ ਵਿੱਚੋਂ ਸ਼ੁਭ ਗੁਣਾਂ ਨੂੰ ਲੁੱਟਦੇ ਨੇ। ਜਿਹੜਾ ਕਾਮ ਹੈ ਵਸਤੂ ਵਿਚਾਰ ਨੂੰ, ਅਤੇ ਕ੍ਰੋਧ ਸਾਡੇ ਅੰਦਰ ਜੋ ਖਿਮਾ ਦਾ ਗੁਣ ਹੈ ਇਹਨੂੰ, ਤੇ ਲੋਭ ਸੰਤੋਖ ਨੂੰ, ਮੋਹ ਵਿਵੇਕ ਨੂੰ, ਤੇ ਹੰਕਾਰ ਨਿਮਰਤਾ ਨੂੰ ਲੁੱਟੀ ਜਾ ਰਿਹਾ ਹੈ। ਇਸ ਢੰਗ ਦੇ ਨਾਲ ਇਹ ਜਿਹੜੇ ਪੰਜ ਚੋਰ ਨੇ, ਵਰਜਦਿਆਂ ਵਰਜਦਿਆਂ, ਰੋਕਦਿਆਂ ਰੋਕਦਿਆਂ ਚੋਰੀ ਕਰਨ ਵੱਲ ਦੌੜਦੇ ਹਨ। ਤ੍ਰਿਹ ਦਸ ਮਾਲ ਰੱਖੈ ਜੋ ਨਾਨਕ, ਮੋਖ ਮੁਕਤ ਸੋ ਪਾਵੈ। ਧੰਨ ਗੁਰੂ ਨਾਨਕ
ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੀਆਂ ਪੁਰਾਤਨ ਬੀੜਾਂ ਨੇ ਤੇ ਸੰਪਰਦਾਇ ਦੇ ਵਿੱਚ ਮੁੱਖ ਪਾਠ ਤ੍ਰਿਹਿਦ ਸੰਭਾਲ ਰੱਖੈ ਜੋ ਨਾਨਕ ਮੋਖ ਮੁਕਤ ਸੋ ਪਾਵੈ, ਇਸ ਨੂੰ ਮੰਨਿਆ ਗਿਆ ਹੈ। ਤ੍ਰਿਹਿਦ ਦਾ ਸੰਕੇਤੀ ਅਰਥ ਮਹਾਂਪੁਰਖ ਕਰਦੇ ਸਨ ਅਮਾਨਤ, ਤੇ ਸੰਭਾਲ ਦਾ ਅਰਥ ਸਿੱਧਾ ਹੀ ਹੁੰਦਾ ਵੀ ਸੰਭਾਲਣਾ। ਤ੍ਰਿਹਿਦ ਸੰਭਾਲ ਰੱਖੈ ਜੋ ਨਾਨਕ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਹਰ ਜੀਵ ਨੂੰ ਇੱਕ ਅਮਾਨਤ ਦਿੱਤੀ ਹੋਈ ਹੈ। ਉਹ ਅਮਾਨਤ ਕੀ ਹੈ? ਉਹ ਹੈ ਉੱਚਾ ਸੁੱਚਾ ਕਿਰਦਾਰ, ਉੱਚਾ ਸੁੱਚਾ ਜੀਵਨ। ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭੈ ਓੜ, ਹੀਰਾ ਕਿਸਕਾ ਬਾਪਰਾ ਪੂਜਹਿ ਨ ਰਤਨ ਕਰੋੜ। ਜਿਹੜਾ ਆਪਣੇ ਜੀਵਨ ਨੂੰ, ਆਪਣੇ ਇਖਲਾਕ ਨੂੰ ਇਸ ਵਾਹਿਗੁਰੂ ਦੀ ਬਖਸ਼ੀ ਹੋਈ ਤ੍ਰਿਹਿਦ ਅਮਾਨਤ ਨੂੰ ਸੰਭਾਲ ਕੇ ਰੱਖਦਾ, ਮੋਖ ਮੁਕਤ ਸੋ ਪਾਵੈ। ਹਜ਼ੂਰ ਕਹਿੰਦੇ ਨੇ ਉਹ ਸੰਸਾਰ ਦੇ ਬੰਧਨਾਂ ਤੋਂ ਮੁਕਤ ਹੋ ਕੇ ਤੇ ਅੱਗੇ ਮੋਕਸ਼ ਪਦਵੀ ਨੂੰ ਪ੍ਰਾਪਤ ਕਰ ਲੈਂਦਾ ਹੈ। ਕਿਉਂਕਿ ਮੋਖ ਮੁਕ ਦੋ ਸ਼ਬਦ ਆਏ ਨੇ, ਪਹਿਲਾਂ ਸੰਸਾਰ ਦੇ ਬੰਧਨਾਂ ਤੋਂ ਮੁਕਤ ਹੋਣਾ ਹੈ ਤੇ ਅੱਗੇ ਫਿਰ ਪਰਮਾਨੰਦ ਦੀ ਦਾਤ ਨੂੰ ਪ੍ਰਾਪਤ ਕਰਨਾ, ਇਹਨੂੰ ਮੋਖ ਮੁਕਤ ਕਹਿੰਦੇ ਨੇ। ਦੂਸਰਾ, ਨਵੇਂ ਵਿਦਵਾਨਾਂ ਨੇ ਇਹ ਪਾਠ ਮੰਨਿਆ ਹੈ, ਤ੍ਰੇਹ ਦਸ ਮਾਲ ਰੱਖੈ ਜੋ ਨਾਨਕ। ਉਹਦਾ ਅਰਥ ਉਹਨਾਂ ਨੇ ਇਹ ਕੀਤਾ ਹੈ, ਤ੍ਰੇਹ ਦਾ ਅਰਥ ਹੈ ਤਿੰਨ, 10 ਦਾ ਅਰਥ ਹੋ ਗਿਆ 10, ਵੀ 3 ਗੁਣ ਨੇ, ਰਜੋ ਸਤੋ ਤਮੋ, ਤੇ 10 ਇੰਦਰੀਏ ਨੇ। ਜਿਹੜਾ ਇਹਨਾਂ ਤੋਂ ਆਪਣੇ ਮਾਲ ਨੂੰ, ਸ਼ੁਭ ਗੁਣਾਂ ਦੇ ਮਾਲ ਨੂੰ ਬਚਾ ਕੇ ਰੱਖਦਾ ਹੈ, ਮੋਖ ਮੁਕਤ ਸੋ ਪਾਵੈ, ਬਈ ਉਹ ਸਾਰੀਆਂ ਮੁਕਤੀਆਂ ਵਿੱਚੋਂ ਵੱਡੀ ਮੁਕਤੀ ਕੇਵਲ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ। ਇਹ ਨਵੇਂ ਵਿਦਵਾਨਾਂ ਨੇ ਤ੍ਰੇਹ 10 ਪਾਠ ਮੰਨ ਕੇ ਇਉਂ ਅਰਥ ਕੀਤਾ ਹੈ। ਤੇ ਕੁਝ ਵਿਦਵਾਨਾਂ ਨੇ ਤ੍ਰੇਹ 10 ਦਾ ਅਰਥ ਚੋਰ ਵੀ ਕੀਤਾ। ਜਿਹੜਾ ਇਹਨਾਂ ਚੋਰਾਂ ਤੋਂ ਆਪਣੇ ਮਾਲ ਨੂੰ ਬਚਾ ਕੇ ਰੱਖਦਾ ਹੈ, ਉਹੀ ਅਸਲੀ ਮੋਖ ਮੁਕਤ ਨੂੰ ਪ੍ਰਾਪਤ ਕਰਦਾ ਹੈ। ਪਰ ਜੋ ਮਹਾਂਪੁਰਖ ਸੰਕੇਤੀ ਅਰਥ ਕਰਦੇ ਸਨ, ਤ੍ਰਿਹਿਦ ਸੰਭਾਲ, ਤ੍ਰਿਹਿਦ ਦਾ ਅਰਥ ਹੋ ਗਿਆ ਅਮਾਨਤ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਹਰ ਜੀਵ ਨੂੰ ਇੱਕ ਅਮਾਨਤ ਬਖਸ਼ੀ ਹੋਈ ਹੈ। ਮੈਂ ਤੈਨੂੰ ਉੱਚਾ ਸੁੱਚਾ ਜੀਵਨ ਬਖਸ਼ਿਸ਼ ਕਰਕੇ ਭੇਜ ਰਿਹਾ ਹਾਂ, ਤੂੰ ਇਸ ਨੂੰ ਸੰਭਾਲ ਕੇ ਰੱਖਣਾ ਹੈ। ਆਪਣੇ ਕਰੈਕਟਰ ਨੂੰ, ਆਪਣੇ ਇਖਲਾਕ ਨੂੰ, ਆਪਣੇ ਆਚਰਣ ਨੂੰ ਉੱਚਾ ਸੁੱਚਾ ਬਣਾ ਕੇ ਰੱਖਣਾ। ਪਰ ਜਿਹੜੇ ਇਹ ਚੋਰ ਨੇ, ਕਾਮ ਕ੍ਰੋਧ ਆਦਿਕ, ਉਹ ਸਾਡੇ ਕਰੈਕਟਰ ਨੂੰ ਨਾਸ਼ ਕਰਨ ਲਈ ਤੁਲੇ ਹੋਏ ਨੇ। ਤੇ ਜਿਹੜਾ ਆਪਣੀ ਇਸ ਉੱਚੇ ਸੁੱਚੇ ਇਖਲਾਕ ਦੀ ਅਮਾਨਤ ਨੂੰ ਸੰਭਾਲ ਕੇ ਰੱਖਦਾ ਹੈ, ਤੇ ਫਿਰ ਉਸ ਨੂੰ ਜਿਉਂਦੇ ਜੀ ਮਾਇਆ ਦੇ, ਮੋਹ ਮਾਇਆ ਦੇ ਬੰਧਨਾਂ ਤੋਂ ਮੁਕਤੀ ਪ੍ਰਾਪਤ ਹੁੰਦੀ ਹੈ, ਤੇ ਮਰਨ ਤੋਂ ਬਾਅਦ ਉਹ ਕੇਵਲ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ। ਚੇਤੋ ਬਾਸੁਦੇਵ ਬਨਵਾਲੀ, ਰਾਮ ਹਿਰਦੈ ਜਪ ਮਾਲੀ ਰਹਾਉ। ਹਜ਼ੂਰ ਫਰਮਾਉਂਦੇ ਨੇ, ਐ ਗੁਰਮੁਖੋ, ਤੁਸੀਂ ਉਸ ਵਾਸੁਦੇਵ ਤੇ ਸੰਸਾਰ ਬਾਗ ਦੇ ਮਾਲੀ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰੋ। ਰਾਮ ਹਿਰਦੈ ਜਪ ਮਾਲੀ, ਹਿਰਦੇ ਵਿੱਚ ਵਾਹਿਗੁਰੂ ਦਾ ਸਿਮਰਨ ਕਰਨਾ, ਇਹੀ ਮਾਲਾ ਫੇਰਿਆ ਕਰੋ। ਉਰਦ ਮੂਲ ਜਿਸ ਸਾਖਤ ਲਾਹਾ, ਚਾਰ ਵੇਦ ਜਿਤ ਲਾਗੇ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ ਵੀ ਇੱਕ ਐਸਾ ਬਿਰਸ਼ ਹੈ। ਇਹ ਜਿਹੜੇ ਅਗਲੀ ਪੰਕਤੀਆਂ ਨਾ, ਇਹਦੇ ਵਿਦਵਾਨਾਂ ਨੇ ਵੱਖੋ ਵੱਖਰੀ ਕਿਸਮ ਦੇ ਅਰਥ ਕੀਤੇ ਨੇ। ਉਰਦ ਮੂਲ ਇੱਕ ਐਸਾ ਬਿਰਸ਼ ਹੈ ਜਿਸ ਦਾ ਮੁੱਢ ਤੇ ਉਰਦ ਉੱਪਰ ਹੈ, ਤੇ ਜਿਸ ਸ਼ਾਖ ਤਲਾਹਾ, ਜਿਸ ਦੀਆਂ ਸ਼ਾਖਾ ਹੇਠਾਂ ਨੂੰ ਨੇ। ਚਾਰ ਵੇਦ ਜਿਤ ਲਾਗੇ, ਚਾਰ ਵੇਦ ਜਿਸ ਨੂੰ ਉਚਾਰਨ ਕਰਨ ਲੱਗੇ ਹੋਏ ਨੇ। ਹੁਣ ਇਹ ਪਦਾਂ ਦਾ ਅਰਥ ਤੇ ਇੰਨਾ ਕੀ ਬਣਦਾ ਵੀ ਇੱਕ ਇਹੋ ਜਿਹਾ ਬਿਰਸ਼ ਹੈ ਜਿਸ ਦਾ ਮੁੱਢ ਉੱਪਰ ਨੂੰ ਹੈ ਤੇ ਸ਼ਾਖਾ ਹੇਠਾਂ ਨੂੰ ਲਟਕ ਰਹੀਆਂ ਨੇ, ਤੇ ਚਾਰੇ ਵੇਦ ਉਸ ਨੂੰ ਉਚਾਰਨ ਕਰਨ ਲੱਗੇ ਹੋਏ ਨੇ। ਉਹ ਕਿਹੜਾ ਬਿਰਸ਼ ਹੈ, ਇਹਦੇ ਬਾਰੇ ਇੱਥੇ ਕੋਈ ਗੱਲ ਸਪਸ਼ਟ ਨਹੀਂ ਹੋਈ।
ਪਰ ਇਹਦੇ ਬਾਰੇ ਮਹਾਂਪੁਰਖੇ ਵਿਚਾਰ ਦੱਸਦੇ ਸਨ। ਉਰਦ ਮੂਲ, ਇਹ ਸੰਸਾਰ ਇੱਕ ਇਹੋ ਜਿਹਾ ਬਿਰਸ਼ ਹੈ ਜਿਸ ਦਾ ਅਸਲੀ ਜਿਹੜਾ ਇਹਦਾ ਮੁੱਢ ਹੈ ਉਹ ਹੈ ਅਕਾਲ ਪੁਰਖ, ਕਿਉਂਕਿ ਅਕਾਲ ਪੁਰਖ ਨੇ ਸੰਸਾਰ ਪੈਦਾ ਕੀਤਾ ਔਰ ਉਹ ਜਿਹੜਾ ਮੂਲ ਰੂਪ ਅਕਾਲ ਪੁਰਖ ਹੈ ਉਰਦ, ਉਹ ਤੇ ਉੱਚਾ ਹੈ, ਇਸ ਸੰਸਾਰ ਤੋਂ ਬਹੁਤ ਉੱਚਾ ਹੈ। ਇਹ ਸੰਸਾਰ ਇੱਕ ਐਸਾ ਬਿਰਸ਼ ਹੈ ਜਿਸ ਦਾ ਮੁੱਢ ਅਕਾਲ ਪੁਰਖ ਵਾਹਿਗੁਰੂ ਆਪ ਉਰਦ ਦਾ ਅਰਥ ਬੜਾ ਉਤਕ੍ਰਿਸ਼ਟ ਹੈ, ਤੇ ਸਾਖ ਤਲਾਹਾ ਜਿਸ ਦੀਆਂ ਸ਼ਾਖਾ, ਇਸ ਸੰਸਾਰ ਐਸਾ ਬਿਰਸ਼ ਹੈ ਜਿਸ ਦੀਆਂ ਸ਼ਾਖਾ ਦਾ ਅਰਥ ਹੈ ਜਿਹੜੀਆਂ ਹੋਰ ਪੁਰੀਆਂ ਨੇ, ਜਿਵੇਂ ਦੇਵਪੁਰੀ ਹੈ, ਇੰਦਰਪੁਰੀ ਹੈ, ਇਹ ਮਾਤਲੋਕਪੁਰੀ ਹੈ, ਪਤਾਲਪੁਰੀ ਹੈ, ਇਹ ਸ਼ਾਖਾ ਉਸ ਦੀਆਂ ਹੇਠਾਂ ਨੂੰ ਨੇ ਤੇ ਪਤਾਲ ਇਸ ਦੇ ਪੈਰ ਨੇ। ਸੰਸਾਰ ਇੱਕ ਇਹੋ ਜਿਹਾ ਬਿਰਸ਼ ਹੈ, ਚਾਰ ਵੇਦ ਜਿਸ ਲਾਗੇ, ਚਾਰ ਵੇਦ ਜਿਸ ਨੂੰ ਉਚਾਰਨ ਕਰਨ ਲੱਗੇ ਨੇ, ਉਹਨਾਂ ਨੇ ਸੰਸਾਰ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਵੈਰਾਟ ਰੂਪ ਵਰਣਨ ਕੀਤਾ ਹੈ। ਚੰਦਰਮਾ ਤੇ ਸੂਰਜ ਉਸ ਦੇ ਨੇਤਰ ਨੇ ਤੇ ਚਾਰ ਦਿਸ਼ਾ ਉਸ ਦੀਆਂ ਬਾਹਾਂ ਨੇ, ਸਮੁੰਦਰ ਉਸ ਦਾ ਪੇਟ ਹੈ, ਬ੍ਰਹਮ ਲੋਕ ਉਸ ਦਾ ਸਿਰ ਹੈ, ਮਾਤ ਲੋਕ ਉਸ ਦਾ ਮੱਧ ਅਸਥਾਨ ਹੈ, ਪਾਤਾਲ ਉਸ ਦੇ ਪੈਰ ਨੇ। ਇਸ ਢੰਗ ਦੇ ਨਾਲ ਵਾਹਿਗੁਰੂ ਦੇ ਵੈਰਾਟ ਰੂਪ ਦਾ ਜ਼ਿਕਰ ਕੀਤਾ ਹੈ। ਇੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਸੰਸਾਰ, ਇਹ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ। ਇਹ ਜਿਹੜਾ ਸੰਸਾਰ ਹੈ ਵਾਹਿਗੁਰੂ ਪਰਮੇਸ਼ਰ ਦਾ ਵੈਰਾਟ ਰੂਪ ਹੈ, ਉਰਦ ਮੂਲ, ਜਿਸ ਦਾ ਮੂਲ ਬ੍ਰਹਮ ਉਹ ਉੱਚਾ ਹੈ, ਭਾਵ ਉਤਕ੍ਰਿਸ਼ਟ ਰੂਪ ਹੈ, ਜਿਸ ਦੀਆਂ ਸ਼ਾਖਾ ਹੋਰ ਜਿਹੜੀਆਂ ਪੁਰੀਆਂ ਨੇ ਉਹ ਹੇਠਾਂ ਇਸ ਸੰਸਾਰ ਦੇ ਲੱਗੀਆਂ ਹੋਈਆਂ ਨੇ। ਬ੍ਰਹਮ ਲੋਕ ਇਸ ਦਾ ਸਿਰ ਹੈ ਤੇ ਚਾਰੇ ਵੇਦ ਜਿਸ ਵਾਹਿਗੁਰੂ ਦੇ ਵੈਰਾਟ ਰੂਪ ਨੂੰ ਉਚਾਰਨ ਕਰਨ ਲੱਗੇ ਹੋਏ ਹਨ। ਸਹਿਜ ਭਾਏ ਜਾਏ ਤੇ ਨਾਨਕ ਪਾਰ ਬ੍ਰਹਮ ਲਿਵ ਜਾਗੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਹਿਜ ਪਾਏ ਜਾਏ ਤੇ ਨਾਨਕ। ਹਜ਼ੂਰ ਕਹਿੰਦੇ ਨੇ ਸਹਿਜ ਪਾਏ, ਬਈ ਸੁਤੇ ਸਿੱਧ ਹੀ ਇਹ ਜਿਹੜਾ ਐਸਾ ਸੰਸਾਰ ਰੂਪੀ ਬਿਰਸ਼ ਹੈ, ਜਾਏ ਤੇ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਜਾਏ ਪੈਦਾ ਹੁੰਦਾ, ਕਿਉਂਕਿ ਸੰਸਾਰ ਦਾ ਕਰਤਾ ਅਕਾਲ ਪੁਰਖ ਹੈ। ਸਹਿਜ ਪਾਏ ਜਾਏ ਤੇ ਨਾਨਕ, ਇਹ ਜਿਹੜਾ ਸੰਸਾਰ ਰੂਪੀ ਬਿਰਸ਼ ਹੈ ਸੁਤੇ ਸਿੱਧ ਹੀ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਜਾਏ ਪੈਦਾ ਹੁੰਦਾ ਹੈ। ਪਾਰ ਬ੍ਰਹਮ ਲਿਵ ਜਾਗੇ, ਤੇ ਜਿਹੜੇ ਗੁਰਸਿੱਖ ਮਾਈ ਪਾਈ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਆਪਣੀ ਲਿਵ ਲਾਈ ਰੱਖਦੇ ਨੇ, ਆਪਣੀ ਸੁਰਤ ਜੋੜੀ ਰੱਖਦੇ ਨੇ, ਤੇ ਫਿਰ ਉਹ ਗਿਆਨ ਅਵਸਥਾ ਵਿੱਚ ਜਾਗ ਪੈਂਦੇ ਨੇ, ਤੇ ਫਿਰ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਵੀ ਸੰਸਾਰ ਇੱਕ ਬਿਰਸ਼ ਹੈ ਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਵੈਰਾਟ ਸਰੂਪ ਹੈ, ਜਿਸ ਨੂੰ ਚਾਰੇ ਵੇਦ ਕਥਨ ਕਰਨ ਲੱਗੇ ਹੋਏ ਨੇ ਤੇ ਜਿਸ ਦਾ ਕੋਈ ਅੰਤ ਨਹੀਂ ਪਾ ਸਕਦਾ। ਇੱਕ ਤਾਂ ਅਰਥ ਇਹ ਹੋ ਗਿਆ, ਸਿਧਾਂਤਕ ਅਰਥ ਹੈ। ਦੂਜਾ, ਕੁਛ ਨਵੇਂ ਵਿਦਵਾਨਾਂ ਨੇ ਇਉਂ ਵੀ ਇਹਦਾ ਅਰਥ ਕੀਤਾ, ਉਰਦ ਮੂਲ ਜੇ ਸਾਖਤ ਲਾਹ, ਮਾਇਆ ਇੱਕ ਇਹੋ ਜਿਹਾ ਬਿਰਸ਼ ਹੈ ਜਿਸ ਦਾ ਮੁੱਢ ਉੱਪਰ ਹੈ ਤੇ ਸ਼ਾਖਾ ਹੇਠਾਂ ਨੂੰ ਨੇ। ਮਾਇਆ ਨੂੰ ਬਿਰਸ਼ ਦੱਸਿਆ ਹੈ ਵੀ ਮਾਇਆ ਇੱਕ ਇਹੋ ਜਿਹਾ ਬਿਰਸ਼ ਹੈ ਜਿਸ ਦਾ ਮੁੱਢ ਉੱਪਰ ਨੂੰ ਹੈ ਤੇ ਸ਼ਾਖਾ ਜਿਸ ਦੀਆਂ ਹੇਠਾਂ ਨੂੰ ਨੇ, ਤੇ ਚਾਰੇ ਵੇਦ ਜਿਸ ਨੂੰ ਉਚਾਰਨ ਕਰਨ ਲੱਗੇ ਨੇ, ਭਾਵ ਜਿੱਥੇ ਵੇਦਾਂ ਦੇ ਵਿੱਚ ਬ੍ਰਹਮ ਦਾ ਕਥਨ ਹੈ ਉੱਥੇ ਨਾਲ ਮਾਇਆ ਦਾ ਵੀ ਜ਼ਿਕਰ ਹੈ। ਸਹਿਜ ਪਾਏ ਜਾਏ ਤੇ ਨਾਨਕ ਪਾਰ ਬ੍ਰਹਮ ਲਿਵ ਜਾਗੇ, ਤੇ ਉਹਨਾਂ ਨੇ ਇਸ ਪੰਕਤੀ ਦਾ ਅਰਥ ਇਉਂ ਕੀਤਾ ਹੈ, ਜਿਹੜੇ ਗੁਰਸਿੱਖ ਮਾਈ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਲਿਵ ਲਾ ਕੇ ਗਿਆਨ ਵਿੱਚ ਜਾਗ ਪੈਂਦੇ ਨੇ। ਸਹਿਜ ਪਾਏ ਜਾਏ ਤੇ ਨਾਨਕ, ਫਿਰ ਸਹਿਜ ਪਾਏ ਦਾ ਅਰਥ ਵੀ ਸੁਤੇ ਸਿੱਧ ਹੀ। ਇਹ ਜਿਹੜਾ ਮਾਇਆ ਦਾ ਬਿਰਸ਼ ਹੈ ਜਾਂ ਮਾਇਆ ਦਾ ਪ੍ਰਭਾਵ ਹੈ, ਜਾਏ ਤੇ ਨਾਨਕ, ਉਹਨਾਂ ਦੇ ਹਿਰਦੇ ਵਿੱਚੋਂ ਚਲਿਆ ਜਾਂਦਾ ਹੈ। ਇਹ ਮਾਇਆ ਦਾ ਪ੍ਰਭਾਵ ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚੋਂ ਦੂਰ ਹੋ ਜਾਂਦਾ ਹੈ ਜਿਹੜੇ ਵਾਹਿਗੁਰੂ ਦੇ ਵਿੱਚ ਲਿਵ ਲਾ ਕੇ ਜਾਗ ਪੈਂਦੇ ਨੇ, ਗਿਆਨ ਅਵਸਥਾ ਵਿੱਚ ਜਾਗ ਪੈਂਦੇ ਨੇ। ਇਹ ਵੀ ਅਰਥ ਨਵੇਂ ਵਿਦਵਾਨਾਂ ਨੇ ਕੀਤਾ ਹੈ ਤੇ ਕੁਛ ਹੋਰ ਵੀ ਅਰਥ ਵਿਦਵਾਨਾਂ ਨੇ ਕੀਤੇ ਨੇ। ਊਰਦ ਮੂਲ ਜੇ ਸਾਖਤ ਲਾਹ, ਇਹ ਸਰੀਰ ਵੀ ਇੱਕ ਇਹੋ ਜਿਹਾ ਬਿਰਸ਼ ਹੈ ਜਿਸ ਦਾ ਮੂਲ ਮੁੱਢ ਉਰਦ ਦਾ ਅਰਥ ਉੱਚਾ ਹੈ, ਭਾਵ ਇਹ ਸਿਰ ਸਾਡੇ ਸਰੀਰ ਦਾ ਮੁੱਢ ਹੈ,
ਤੇ ਜਿਸ ਦੀਆਂ ਸ਼ਾਖਾ ਹੇਠਾਂ ਨੂੰ ਨੇ, ਲੱਤਾਂ ਬਾਹਾਂ ਇਹਦੀਆਂ ਸ਼ਾਖਾ ਹੇਠਾਂ ਨੂੰ ਨੇ। ਚਾਰ ਵੇਦ ਜਿਤ ਲਾਗੇ, ਸਰੀਰ ਦੇ ਬਾਰੇ ਵੀ ਚਾਰੇ ਵੇਦ ਕਥਨ ਕਰਨ ਲੱਗੇ ਹੋਏ ਨੇ ਵੀ ਵਿਅਸ਼ਟੀ ਭੇਦ ਕਰਕੇ ਸਰੀਰ ਵੀ ਇੱਕ ਐਸਾ ਬਿਰਸ਼ ਹੈ ਤੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਨੇ ਸੰਸਾਰ ਪੈਦਾ ਕੀਤਾ ਹੈ, ਸਮਸ਼ਟੀ ਭੇਦ ਕਰਕੇ ਉਹਦਾ ਤੁਸੀਂ ਵਿਚਾਰ ਪਹਿਲੇ ਅਰਥ ਵਿੱਚ ਸੁਣ ਚੁੱਕੇ ਹੋ। ਸੰਸਾਰ ਵੀ ਬਿਰਸ਼ ਹੈ ਤੇ ਇਹ ਸਰੀਰ ਵੀ ਇੱਕ ਬਿਰਸ਼ ਹੈ। ਸਮਸ਼ਟੀ ਭੇਦ ਕਰਕੇ ਤੇ ਜਿਵੇਂ ਪਹਿਲਾਂ ਵਿਚਾਰ ਸੁਣੀ ਹੈ ਵੀ ਇਸ ਸੰਸਾਰ ਦਾ ਮੁੱਢ ਉੱਪਰ ਹੈ ਬ੍ਰਹਮ ਲੋਕ, ਤੇ ਇੱਧਰ ਸਰੀਰ ਜਿਹੜਾ ਐਸਾ ਬਿਰਸ਼ ਹੈ ਜਿਸ ਦਾ ਮੁੱਢ ਸਾਡਾ ਸਿਰ ਹੈ ਤੇ ਲੱਤਾਂ ਬਾਹਾਂ ਹੇਠਾਂ ਨੂੰ ਨੇ, ਤੇ ਚਾਰੇ ਵੇਦ ਸਰੀਰ ਦਾ ਵੀ ਕਥਨ ਕਰਦੇ ਨੇ ਵੀ ਇੱਕ ਐਸਾ ਹੀ ਬਿਰਸ਼ ਹੈ। ਸਹਿਜ ਪਾਏ ਜਾਏ ਤੇ ਨਾਨਕ, ਪਾਰ ਬ੍ਰਹਮ ਲਿਵ ਜਾਗੇ। ਹਜ਼ੂਰ ਕਹਿੰਦੇ ਜਿਸ ਮਨੁੱਖ ਦੀ ਉਸ ਪਰਮਾਤਮਾ ਦੇ ਵਿੱਚ ਲਿਵ ਲੱਗ ਜਾਂਦੀ ਹੈ ਤੇ ਫਿਰ ਉਹ ਗਿਆਨ ਅਵਸਥਾ ਵਿੱਚ ਜਾਗ ਪੈਂਦਾ ਹੈ। ਸਹਿਜ ਪਾਏ ਜਾਏ ਤੇ ਨਾਨਕ, ਫਿਰ ਸੁਤੇ ਸਿੱਧ ਹੀ ਉਹਦੇ ਹਿਰਦੇ ਵਿੱਚੋਂ ਇਹ ਜਿਹੜਾ ਸਰੀਰ ਦਾ ਮੋਹ ਹੈ ਜਾਏ ਤੇ ਇਹ ਚਲਿਆ ਜਾਂਦਾ ਹੈ। ਉਹ ਦੇਹ ਦੇ ਆਸ ਤੋਂ, ਸਰੀਰ ਦੇ ਮੋਹ ਤੋਂ ਹਮੇਸ਼ਾ ਲਈ ਅਸੰਗ ਹੋ ਜਾਂਦਾ ਹੈ। ਪਾਰ ਜਾਤ ਘਰ ਆਂਗਨ ਮੇਰਾ, ਪੁਹਪ ਪਤਰ ਤਤ ਡਾਲਾ। ਧੰਨ ਗੁਰੂ ਨਾਨਕ ਤੇ ਮਹਾਰਾਜ ਦੀ ਬਾਣੀ ਬਹੁਤ ਗਹਿਰ ਗੰਭੀਰ ਹੈ। ਵੱਡੇ ਵੱਡੇ ਵਿਦਵਾਨਾਂ ਦੀ ਬੁੱਧੀ ਵੀ ਚਕਰਤ ਹੋ ਜਾਂਦੀ ਹੈ। ਇਸੇ ਲਈ ਇਹੀ ਪੰਕਤੀ ਦੇ ਹੋਰ ਵੀ ਅਰਥ ਤਾਂ ਕੀਤੇ ਜਾ ਸਕਦੇ ਨੇ, ਪਰ ਸਿਧਾਂਤਕ ਅਰਥ ਇੰਨੇ ਹੀ ਪ੍ਰਵਾਨ ਕਰਨੇ। ਪਾਰ ਜਾਤ ਘਰ ਆਂਗਣ ਮੇਰਾ। ਲਓ ਸਤਿਗੁਰੂ ਕਹਿੰਦੇ ਨੇ ਇੱਕ ਸਾਡੇ ਘਰ ਦੇ ਆਂਗਨ ਵਿਹੜੇ ਦੇ ਵਿੱਚ ਕਾਲੋ ਬਿਰਸ਼ ਉਗਿਆ ਹੋਇਆ ਹੈ। ਪੋਹ ਪੱਤਰ ਤਤ ਡਾਲਾ, ਉਹਨੂੰ ਪੋਹ ਬੜੇ ਸੁੰਦਰ ਫੁੱਲ ਵੀ ਲੱਗੇ ਹੋਏ ਨੇ, ਪੱਤਰੇ ਵੀ ਲੱਗੇ ਹੋਏ ਨੇ, ਤੇ ਫਿਰ ਉਹਦੀਆਂ ਟਾਹਣੀਆਂ ਨੂੰ, ਤਤ ਦਾ ਅਰਥ ਹੈ ਫਲ ਵੀ ਲੱਗੇ ਹੋਏ ਨੇ। ਤਤ ਬਿਰਸ਼ ਦਾ ਨਿਚੋੜ ਭਾਵ ਫਲ। ਇੱਕ ਐਸਾ ਕਾਲੋ ਬਿਰਸ਼ ਸਾਡੇ ਘਰ ਦੇ ਵਿਹੜੇ ਦੇ ਵਿੱਚ ਉਗਿਆ ਹੋਇਆ ਹੈ ਵੀ ਜਿਸ ਨੂੰ ਫੁੱਲ ਵੀ ਲੱਗੇ ਨੇ ਤੇ ਪੱਤਰੇ ਵੀ ਲੱਗੇ ਨੇ ਤੇ ਫਲ ਵੀ ਲੱਗੇ ਨੇ। ਤੇ ਹੁਣ ਇੱਥੇ ਵੀ ਕੋਈ ਗੱਲ ਨਹੀਂ ਦੱਸੀ ਉਹ ਕਿਹੜਾ ਬਿਰਸ਼ ਹੈ, ਪਰ ਇਹ ਤੇ ਹੁਣ ਮਹਾਂਪੁਰਖ ਇਹਦੇ ਬਾਰੇ ਅੱਗੇ ਵਿਚਾਰ ਦੱਸਦੇ ਨੇ ਵੀ ਉਹ ਨਾਮ ਇੱਕ ਐਸਾ ਕਾਲੋ ਬਿਰਸ਼ ਹੈ ਜੋ ਗੁਰਮੁਖਾਂ ਦੇ ਹਿਰਦੇ ਰੂਪੀ ਘਰ ਦੇ ਵਿਹੜੇ ਦੇ ਵਿੱਚ ਉਹ ਪੈਦਾ ਹੁੰਦਾ ਹੈ। ਵਾਹਿਗੁਰੂ ਦਾ ਨਾਮ ਹੀ ਇੱਕ ਕਾਲੋ ਬਿਰਸ਼ ਹੈ। ਪੋਹ ਪੱਤਰ ਤਤ ਡਾਲਾ, ਤੇ ਉਹਨੂੰ ਫੁੱਲ ਕਿਹੜੇ ਲੱਗੇ ਨੇ? ਜਿਹੜੇ ਸਤ ਸੰਤੋਖ ਆਦਿਕ ਗੁਣ ਨੇ ਇਹ ਮਾਨੋ ਉਸਨੂੰ ਫੁੱਲ ਲੱਗੇ ਹੋਏ ਨੇ। ਤੇ ਪੱਤਰ ਕਿਹੜੇ ਲੱਗਣੇ ਨੇ? ਜਿਹੜੇ ਵੈਰਾਗ ਤੇ ਵਿਵੇਕ ਆਦਿਕ ਗੁਣ ਨੇ ਇਹ ਮਾਨੋ ਉਸਨੂੰ ਪੱਤਰੇ ਲੱਗੇ ਹੋਏ ਨੇ। ਤੇ ਤਤ ਫਲ ਕੀ ਹੈ? ਤੇ ਉਸਨੂੰ ਬ੍ਰਹਮ ਗਿਆਨ ਦਾ ਅਥਵਾ ਮੁਕਤੀ ਦਾ ਫਲ ਲੱਗਿਆ ਹੋਇਆ। ਤੇ ਡਾਲਾ ਟਾਹਣੀਆਂ ਕਿਹੜੀਆਂ ਨੇ? ਜਿਹੜੇ ਕਰਨਾ ਮੁਦਤਾ ਆਦਿਕ ਗੁਣ ਨੇ ਇਹ ਮਾਨੋ ਉਸਨੂੰ ਟਾਹਣੀਆਂ ਲੱਗੀਆਂ ਹੋਈਆਂ। ਸਰਬ ਜੋਤ ਨਿਰੰਜਨ ਸੰਭੂ, ਛੋਡੋ ਬਹੁਤ ਜੰਜਾਲਾ। ਲੋ ਹਜ਼ੂਰ ਕਹਿੰਦੇ ਨੇ ਐ ਗੁਰਮੁਖੋ ਸਾਰਿਆਂ ਦੇ ਵਿੱਚ ਹੀ ਉਸ ਵਾਹਿਗੁਰੂ ਪਰਮੇਸ਼ਰ ਦੀ ਜੋਤ ਵਸ ਰਹੀ ਹੈ। ਉਹ ਵਾਹਿਗੁਰੂ ਨਿਰੰਜਨ ਸ਼ੁੱਧ ਸਰੂਪ ਹੈ। ਤੇ ਸ਼ੰਭੂ ਦਾ ਅਰਥ ਹੈ ਉਹ ਆਪਣੇ ਆਪ ਤੋਂ ਹੀ ਹੋਣ ਵਾਲਾ ਹੈ। ਸ਼ੰਭੂ ਸੰਭਉ ਸ਼ਬਦ ਤੋਂ ਸੰਭੂ ਇਹ ਸ਼ਬਦ ਬਣਿਆ ਹੈ। ਸੰਭਉ ਸੰਸਕ੍ਰਿਤ ਦਾ ਸ਼ਬਦ ਹੈ ਤੇ ਗੁਰੂ ਮਹਾਰਾਜ ਨੇ ਉਸ ਨੂੰ ਮੂਲ ਮੰਤਰ ਦੇ ਵਿੱਚ ਸਹਿਪੰਗ ਵੀ ਇਸ ਦਾ ਰੂਪ ਆਇਆ ਹੈ, ਪਰ ਇੱਥੇ ਸ਼ੰਭੂ ਅਰਥ ਇਹਦਾ ਇਹ ਪਦ ਸਤਿਗੁਰੂ ਮਹਾਰਾਜ ਨੇ ਵਰਤਿਆ ਹੈ। ਸ਼ੰਭੂ ਪਦ ਦਾ ਅਰਥ ਹੈ ਜੋ ਆਪਣੇ ਆਪ ਤੋਂ ਪੈਦਾ ਹੋਣ ਵਾਲਾ ਹੈ, ਉਸ ਨੂੰ ਸ਼ੰਭੂ ਕਹਿੰਦੇ ਨੇ। ਲੋ ਸਤਿਗੁਰੂ ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਸਭ ਦੇ ਵਿੱਚ ਸਮਾਈ ਹੋਈ ਹੈ। ਉਹ ਸ਼ੁੱਧ ਸਰੂਪ ਹੈ ਤੇ ਆਪਣੇ ਆਪ ਤੋਂ ਪੈਦਾ ਹੋਣ ਵਾਲਾ ਹੈ। ਛੋਡੋ ਬਹੁਤ ਜੰਜਾਲਾ, ਗੁਰਮੁਖੋ ਤੁਸੀਂ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੋ। ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਇੱਕ ਕਲ ਬਿਰਸ਼ ਵਰਗਾ ਹੈ। ਹੋਰ ਜਿਹੜੇ ਬਹੁਤੇ ਦੁਨੀਆ ਦੇ ਜੰਜਾਲ ਨੇ ਉਹਨਾਂ ਨੂੰ ਛੱਡ ਦਿਓ। ਸੁਣ ਸਿਖਵੰਤੇ ਨਾਨਕ ਬਿਨਵੈ, ਛੋਡੋ ਮਾਇਆ ਜਾਲਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੁਣ ਸਿਖਵੰਤੇ, ਇਹ ਸਿੱਖਿਆ ਲੈਣ ਵਾਲੇ ਜਗਿਆਸੂ ਸਿਖਿਆਰਥੀ ਸੁਣ। ਨਾਨਕ ਬਿਨਵੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮੈਂ ਬੇਨਤੀ ਕਰਦਾ ਹਾਂ ਇਹ ਸਿੱਖਿਆ ਲੈਣ ਵਾਲੇ ਜਗਿਆਸੂ ਸੁਣ। ਛੋਡੋ ਮਾਇਆ ਜਾਲਾ, ਆ ਜਿਹੜੇ ਮਾਇਆ ਦੇ ਜੰਜਾਲ ਨੇ, ਮਾਇਆ ਦੇ ਖਲ ਜਗਨ ਨੇ, ਇਹਨਾਂ ਨੂੰ ਛੱਡ ਦਿਓ।
ਮਨ ਵਿਚਾਰ ਏਕ ਲਿਵ ਲਾਗੀ, ਪੁਨਰਪ ਜਨਮ ਨਾ ਕਾਲਾ। ਲੋ ਮਨ ਦੇ ਵਿੱਚ ਵਿਚਾਰ ਕਰਕੇ ਦੇਖੋ, ਕਿਸ ਗੱਲ ਦੀ ਵਿਚਾਰ ਕਰਨੀ ਹੈ। ਏਕ ਲਿਵ ਲਾਗੀ, ਜਿਨ੍ਹਾਂ ਦੀ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਲਿਵ ਲੱਗ ਗਈ ਹੈ। ਪੁਨਰਪ ਜਨਮ ਨਾ ਕਾਲਾ, ਪੁਨਰਪ ਵੀ ਸੰਸਕ੍ਰਿਤ ਦਾ ਸ਼ਬਦ ਹੈ। ਪੁਨः ਆਪੇ ਨਿਸ਼ਚੇ ਕਰਕੇ ਨਾ ਉਸ ਦਾ ਜਨਮ ਹੀ ਹੁੰਦਾ ਹੈ ਤੇ ਨਾ ਹੀ ਕਾਲ ਉਸ ਨੂੰ ਆ ਕੇ ਪਹੁੰਚ ਸਕਦਾ ਹੈ। ਜਿਸ ਦੀ ਲਿਵ, ਜਿਸ ਦੀ ਸੁਰਤ ਉਸ ਵਾਹਿਗੁਰੂ ਦੇ ਨਾਲ ਜੁੜ ਗਈ, ਨਾ ਉਸ ਦਾ ਮੁੜ ਕੇ ਦੁਬਾਰਾ ਜਨਮ ਹੋਵੇ ਤੇ ਨਾ ਹੀ ਉਸ ਦਾ ਕਾਲ ਹੀ ਉਸ ਦੇ ਨੇੜੇ ਆਉਂਦਾ ਹੈ। ਸੋ ਗੁਰੂ ਸੋ ਸਿੱਖ ਕਥੀਅਲੇ, ਸੋ ਵੈਦ ਜੇ ਜਾਣੈ ਰੋਗੀ। ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਉਹ ਹੈ ਵੀ ਜਿਹੜਾ ਸਿੱਖ ਦੇ ਹਿਰਦੇ ਦੀ ਅਵਸਥਾ ਨੂੰ ਜਾਣਦਾ ਹੋਵੇ, ਸਿੱਖ ਦੀ ਭਾਵਨਾ ਨੂੰ ਸਮਝਦਾ ਹੋਵੇ। ਤੇ ਸਿੱਖ ਵੀ ਉਹ ਹੈ ਜਿਹੜਾ ਗੁਰੂ ਤੇ ਪੂਰਨ ਸ਼ਰਧਾ ਭਾਵਨਾ ਤੇ ਭਰੋਸਾ ਰੱਖਦਾ ਹੋਵੇ। ਸੋ ਵੈਦ ਜੇ ਜਾਣੈ ਰੋਗੀ, ਵੈਦ ਉਹ ਹੈ ਜਿਹੜਾ ਰੋਗੀ ਦੇ ਰੋਗ ਨੂੰ ਜਾਣਦਾ ਵੀ ਹੋਵੇ ਤੇ ਉਸ ਰੋਗ ਦਾ ਦਾਰੂ ਵੀ ਕਰਨ ਜਾਣਦਾ ਹੋਵੇ। ਕਿਉਂਕਿ ਇੱਕ ਥਾਂ ਤੇ ਸਤਿਗੁਰੂ ਦੇ ਬਚਨ ਆਏ ਨੇ, ਰੋਗ ਦਾਰੂ ਦੋਵੈ ਬੁਝੈ ਤਾਂ ਵੈਦ ਸੁਜਾਨ। ਅਸਲੀ ਸਿਆਣਾ ਵੈਦ, ਸਿਆਣਾ ਡਾਕਟਰ ਉਹ ਮੰਨਿਆ ਜਾਂਦਾ ਹੈ ਜਿਹੜਾ ਰੋਗ ਨੂੰ ਵੀ ਸਮਝੇ ਤੇ ਰੋਗ ਦਾ ਦਾਰੂ ਇਲਾਜ ਵੀ ਜਾਣਦਾ ਹੋਵੇ। ਜਿਸ ਨੂੰ ਬਿਮਾਰੀ ਦਾ ਹੀ ਪਤਾ ਨਹੀਂ ਔਰ ਉਹ ਸਹੀ ਉਸਦਾ ਇਲਾਜ ਵੀ ਨਹੀਂ ਕਰ ਸਕਦਾ। ਇਸੇ ਲਈ ਇੱਕ ਪੁਰਾਣਾ ਮੁਹਾਵਰਾ ਬਣਿਆ ਹੋਇਆ, ਨੀਮ ਹਕੀਮ ਖਤਰਾ ਜਾਨ। ਜਿਹੜੇ ਨੀਮ ਹਕੀਮ ਹੁੰਦੇ ਨੇ, ਕਈ ਵਾਰੀ ਬਿਮਾਰੀ ਹੋਰ ਹੁੰਦੀ ਹੈ ਤੇ ਹੋਰ ਹੀ ਦਵਾਈ ਦੇ ਕੇ ਤੇ ਸਗੋਂ ਆਦਮੀ ਨੂੰ ਹੋਰ ਵੀ ਵਧੇਰੇ ਬਿਮਾਰ ਕਰ ਦਿੰਦੇ ਨੇ, ਰੋਗ ਗ੍ਰਸਤ ਕਰ ਦਿੰਦੇ ਨੇ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਵੈਦ ਉਹੀ ਹੈ ਜਿਹੜਾ ਰੋਗੀ ਦੇ ਰੋਗ ਨੂੰ ਜਾਣਦਾ ਹੈ ਤੇ ਨਾਲ ਉਹਦਾ ਇਲਾਜ ਵੀ ਕਰਨ ਦੀ ਵਿਧੀ ਜਿਸ ਨੂੰ ਆਉਂਦੀ ਹੋਵੇ, ਉਹ ਅਸਲੀ ਵੈਦ ਸਿਆਣਾ ਆਖਿਆ ਜਾਂਦਾ ਹੈ। ਇਸੇ ਤਰ੍ਹਾਂ ਮੇਰਾ ਵੈਦ ਗੁਰੂ ਗੋਬਿੰਦਾ, ਸਾਡਾ ਤੇ ਵੈਦ ਭਾਈ ਗੁਰੂ ਹੈ। ਉਹ ਗੁਰਸਿੱਖ ਦੇ ਅੰਦਰ ਜੋ ਹਉਮੈ ਦਾ ਰੋਗ ਹੈ ਉਹਨੂੰ ਵੀ ਜਾਣਦਾ ਹੈ ਤੇ ਉਹਦਾ ਜੋ ਇਲਾਜ ਹੈ ਉਹ ਹੈ ਗੁਰੂ ਕਾ ਸ਼ਬਦ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੀ, ਕਿਰਪਾ ਕਰੇ ਜੀ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੀ। ਅਸਲੀ ਭਾਈ ਉਹੀ ਗੁਰੂ ਹੈ ਤੇ ਉਹੀ ਵੈਦ ਹੈ ਜਿਹੜਾ ਵੈਦ ਸਰੀਰ ਦੇ ਰੋਗਾਂ ਨੂੰ ਜਾਣਦਾ ਹੋਵੇ ਤੇ ਜਿਹੜਾ ਗੁਰੂ ਹੈ ਉਹ ਸਿੱਖ ਦੇ ਮਾਨਸਿਕ ਰੋਗਾਂ ਨੂੰ ਜਾਣਦਾ ਹੋਵੇ। ਤੇ ਮਾਨਸਿਕ ਰੋਗਾਂ ਨੂੰ ਜਾਣਦਾ ਹੀ ਨਾ ਹੋਵੇ ਫਿਰ ਉਹਨਾਂ ਦਾ ਇਲਾਜ ਵੀ ਜਿਸ ਨੂੰ ਕਰਨਾ ਆਉਂਦਾ ਹੋਵੇ, ਉਹ ਅਸਲੀ ਗੁਰੂ ਹੈ। ਤੇ ਵੈਦ ਵੀ ਉਹੀ ਹੈ ਜਿਹੜਾ ਰੋਗ ਨੂੰ ਜਾਣ ਵੀ ਲਵੇ ਤੇ ਨਾਲ ਉਸ ਦਾ ਦਵਾ ਦਾਰੂ ਵੀ ਕਰੇ, ਉਹਦਾ ਇਲਾਜ ਵੀ ਕਰੇ, ਉਹ ਸਿਆਣਾ ਵੈਦ ਗਿਣਿਆ ਜਾਂਦਾ ਹੈ।